गुड ਈਵਨਿੰਗ ਸਟੂਡੈਂਟਸ। ਅੱਜ ਮੈਂ ਫਿਰ ਆਇਆ ਤੁਹਾਡੇ ਲਈ ਇੱਕ ਰੀਡਿੰਗ ਲੈ ਕੇ ਆਇਲਸ ਰੀਡਿੰਗ ਦੇ ਹੈਡਿੰਗ ਅਲਾਟਮੈਂਟ। ਪਿਛਲੀ ਵੀਡੀਓ 'ਚ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਹੁਣ ਇਸ ਵੀਕ ਹੈਡਿੰਗ ਅਲਾਟਮੈਂਟ ਹੀ ਕਰਾਂਗੇ ਔਰ ਆਪਣਾ ਸੀਕੁਐਂਸ ਆਪਣਾ ਰੇਂਜ ਕਿਸ ਤਰ੍ਹਾਂ ਰਹੇਗੀ, ਈਜ਼ੀ ਟੂ ਟਫ ਵੱਲ। ਸੋ ਅੱਜ ਵਾਲੀ ਰੀਡਿੰਗ ਵੀ ਬਹੁਤ ਟਫ ਨਹੀਂ ਹੈ, ਬਿਗਨਰਸ ਵਾਸਤੇ ਹੈ, ਪਰ ਯੈਸ ਜਿਹੜੇ ਐਡਵਾਂਸ ਸਟੂਡੈਂਟਸ ਨੂੰ ਵੀ ਪ੍ਰੋਬਲਮ ਆ ਰਹੀ ਹੈ ਹੈਡਿੰਗ ਅਲਾਟਮੈਂਟ 'ਚ, ਉਹ ਵੀ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੇ। So, without wasting time, let's get started. ਸਾਡੇ ਕੋ ਆਪਣੇ ਦੇਖੋ ਇੱਕ ਪੈਸੇਜ ਆ ਗਿਆ, ਟ੍ਰੇਡਿੰਗ ਦਾ ਫੋਰਨ ਪਾਥ। ਟ੍ਰੇਡਿੰਗ ਦਾ ਫੋਰਨ ਪਾਥ ਦਾ ਮਤਲਬ ਕਿ ਆਪਾਂ ਨੇ ਵਿਦੇਸ਼ ਜਾਣਾ ਹੈ ਤਾਂ ਉਸ ਰਸਤੇ ਦੀ ਗੱਲ ਇਹਦੇ 'ਚ ਹੋਏਗੀ। ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਬਾਹਰ ਜਾਣਾ ਤਾਂ ਹੀ ਤਾਂ ਮੇਰਾ ਚੈਨਲ ਦੇਖ ਰਹੇ ਹੋ, ਤਾਂ ਹੀ ਤਾਂ ਮੇਰੀ ਉਹ ਵੀਡੀਓ ਦੇਖ ਰਹੇ ਹੋ। ਤਾਂ ਉਹ ਬਾਹਰ ਜਾਣ ਦੇ ਵਿੱਚ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦੀ ਗੱਲ ਕੀਤੀ ਜਾ ਸਕਦੀ ਹੈ, ਕਿ ਕਿਹੜੇ ਆਪਾਂ ਨੂੰ ਸਟੱਡੀ ਕਿਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ, ਪੀਆਰ ਦੇ ਬਾਰੇ ਕੋਈ ਗੱਲ ਕੀਤੀ ਜਾ ਸਕਦੀ ਹੈ, ਏਜੰਟਸ ਬਾਰੇ, ਕਾਲਜ ਕਿਸ ਤਰ੍ਹਾਂ ਦਾ ਸਿਲੈਕਟ ਕਰਨਾ ਹੈ। ਇਹੀ ਮੇਨ ਕੰਸਰਨਸ ਹੁੰਦੀਆਂ ਕਿਹਨਾਂ ਦੀਆਂ, ਜਿਹੜੇ ਬੱਚਿਆਂ ਨੇ ਫੋਰਨ ਜਾਣਾ ਹੁੰਦਾ ਫॉर ਸਟੱਡੀ। ਸੋ ਲੈਟਸ ਸੀ ਦਾ ਹੈਡਿੰਗਸ ਫਸਟ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਹੈਡਿੰਗ ਪਹਿਲਾਂ ਜ਼ਰੂਰ ਪੜ੍ਹਨੇ ਨੇ। ਹੈਡਿੰਗ ਪੜ੍ਹ ਕੇ ਸਾਨੂੰ ਇੱਕ ਆਈਡੀਆ ਹੋ ਜਾਂਦਾ ਹੈ ਜਦੋਂ ਆਪਾਂ ਪੈਸੇਜ ਵੱਲ ਜਾਂਦੇ ਹਾਂ ਕਿ ਕਿਹੜੇ ਹੈਡਿੰਗ ਦਾ ਆਨਸਰ ਕੀ ਹੋਣ ਵਾਲਾ ਹੈ। ਸੋ ਵਿਦਆਊਟ ਵੇਸਟਿੰਗ ਟਾਈਮ, ਸੋ ਲੈਟਸ ਸੀ ਦਾ ਪੈਸੇਜ ਹੈਡਿੰਗਸ। ਨੰਬਰ 1 ਕੀ ਹੈ, ਕੰਸਰਨ ਰਿਗਾਰਡਿੰਗ ਫੇਕ ਕਾਲਜਸ ਦੀ ਗੱਲ ਕਿਸੇ 'ਚ ਕੀਤੀ ਹੋਏਗੀ। ਫੋਕਸ ਔਨ ਸਟੱਡੀ ਨਾਟ ਪੀਆਰ। ਪੀਆਰ ਤੇ ਕਹਿੰਦਾ ਫੋਕਸ ਨਹੀਂ ਕਰਨਾ, ਤੁਸੀਂ ਸਟੱਡੀ ਤੇ ਫੋਕਸ ਕਰਨਾ ਹੈ। ਸਿਲੈਕਟਿੰਗ ਦਾ ਰਾਈਟ ਇੰਸਟੀਚਿਊਟ। ਰਾਈਟ ਇੰਸਟੀਚਿਊਟ ਜਦੋਂ ਤੁਸੀਂ ਵਿਦੇਸ਼ ਜਾਣਾ ਹੈ ਤਾਂ ਆਪਣਾ ਕਾਲਜ ਜਾਂ ਯੂਨੀਵਰਸਿਟੀ ਵਧੀਆ ਚੂਜ਼ ਕਰਕੇ ਜਾਇਓ ਜੇ। ਐਜੂਕੇਸ਼ਨ ਕੈਨ ਨਾਟ ਗਰੰਟੀ ਪੀਆਰ। ਤੁਸੀਂ ਬਾਹਰ ਪੜ੍ਹਨ ਲਈ ਜਾ ਰਹੇ ਹੋ ਬਟ ਇਟ ਡਜ਼ਨਟ ਮੀਨ ਯੂ ਵਿਲ ਡੈਫੀਨੇਟਲੀ ਗੈਟ ਪੀਆਰ। ਠੀਕ ਹੈ ਜੀ। ਪੀਆਰ ਲੈਣੀ ਅਲੱਗ ਚੀਜ਼ ਹੈ, ਐਜੂਕੇਸ਼ਨ ਅਲੱਗ ਚੀਜ਼ ਹੈ। ਐਜੂਕੇਸ਼ਨ ਤੁਸੀਂ ਬਾਹਰ ਜਾ ਕੇ ਪੜ੍ਹ ਰਹੇ ਹੋ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਪੀਆਰ ਮਿਲ ਜੇਗੀ। ਇੰਡੀਆ a major source of international students. Source of international students. Why do students select Australia? Australia क्यों select करते हैं students? ਰੋਲ ਆਫ ਇਮੀਗ੍ਰੇਸ਼ਨ ਕੰਸਲਟੈਂਟ, ਜਿਹੜੇ ਏਜੰਟਸ ਹੁੰਦੇ ਉਹਨਾਂ ਦਾ ਕੀ ਰੋਲ ਹੁੰਦਾ ਤੁਹਾਨੂੰ ਬਾਹਰ ਭੇਜਣ 'ਚ। ਇਨਕਮ ਫਰੋਮ ਇੰਟਰਨੈਸ਼ਨਲ ਸਟੂਡੈਂਟਸ। ਇੰਟਰਨੈਸ਼ਨਲ ਸਟੂਡੈਂਟਸ ਤੋਂ ਇਨਕਮ ਦੀ ਗੱਲ ਹੋਈ ਹੈ। ਹਾਊ ਟੂ ਗੈਟ ਪੀਆਰ। ਪੀਆਰ ਕਿਸ ਤਰ੍ਹਾਂ ਮਿਲਣੀ ਹੈ। ਹੁਣ ਮੋਟੇ ਮੋਟੇ ਜਿਹੜੇ ਕੀਵਰਡ ਹੈ ਉਹ ਦਿਮਾਗ 'ਚ ਬਿਠਾ ਲਈਏ ਆਪਾਂ। ਪਹਿਲਾ ਕੀ ਹੈਗਾ, ਕੰਸਰਨ ਆਫ ਫੇਕ ਕਾਲਜਸ, ਫੋਕਸ ਔਨ ਸਟੱਡੀ ਨਾਟ ਪੀਆਰ, ਰਾਈਟ ਇੰਸਟੀਚਿਊਟ ਕਿੱਦਾਂ ਸਿਲੈਕਟ ਕਰਨਾ ਹੈ, ਐਜੂਕੇਸ਼ਨ ਨਾਟ ਗਰੰਟਿਡ ਪੀਆਰ, ਇੰਡੀਆ ਮੇਜਰ ਸੋਰਸ, ਆਸਟ੍ਰੇਲੀਆ ਕਿਉਂ ਲੋਕ ਸਿਲੈਕਟ ਕਰਦੇ ਆ, ਰੋਲ ਆਫ ਏਜੰਟਸ, ਇਨਕਮ ਫਰੋਮ ਇੰਟਰਨੈਸ਼ਨਲ ਸਟੂਡੈਂਟਸ ਔਰ ਹਾਊ ਟੂ ਗੈਟ ਪੀਆਰ। ਹੁਣ ਆਪਾਂ ਨੇ ਆਪਣਾ ਪਹਿਲਾ ਪੈਸੇਜ ਪੜ੍ਹਨਾ ਸ਼ੁਰੂ ਕਰਨਾ ਹੈ। It is that time of the year when lakhs of Indian students leave their country to realize their dreams of earning a foreign degree. For scores of students every year, the decision to study abroad is an important decision, as foreign education involves huge investment of time, money, and efforts. For some, it could involve spending the lifetime saving of देयर पेरेंट्स। कुछ लोगों ਲਈ ਤੇ ਕਹਿੰਦੇ ਆਪਣੇ ਪੇਰੈਂਟਸ ਦੀ ਜਿਹੜੀ ਸਾਰੀ ਲਾਈਫ ਦੀ ਸੇਵਿੰਗ ਹੁੰਦੀ ਹੈ ਨਾ, ਬੱਚੇ ਨੂੰ ਬਾਹਰ ਸਟੱਡੀ ਵਾਸਤੇ ਭੇਜਣ ਤੇ ਲੱਗ ਜਾਂਦੀ ਹੈ। ਸਾਡੇ ਪੰਜਾਬੀ ਕਰਦੇ ਇੱਦਾਂ। While a right decision can take students' career to great heights, one wrong move can set him behind not only by huge amount of money and a few wasted years but also a career setback. For decades, foreign universities have been an integral part of India's higher education. ਹੁਣ ਇਹਦੇ 'ਚ ਗੱਲ ਇੰਡੀਆ ਦੀ ਦੋ ਵਾਰੀ ਆ ਗਈ ਕਿ ਇੰਡੀਅਨ ਸਟੂਡੈਂਟਸ ਜਾਂਦੇ ਨੇ ਆਪਣੀ ਕੰਟਰੀ ਨੂੰ ਛੱਡ ਕੇ ਬਾਹਰ ਪੜ੍ਹਨ ਵਾਸਤੇ, ਔਰ ਦੂਸਰਾ ਕੀ ਕਹਿਤਾ ਕਿ for decades foreign universities have been an integral part of India's higher education. According to the reports, 1,04,522 students are studying in the US, followed by 97,000 in Australia, 25 in UK, and over N in New Zealand.
ਸੋ ਇਹ ਇੰਡੀਅਨ ਸਟੂਡੈਂਟਸ ਦੀ ਗੱਲ ਕਰ ਰਹੇ ਆ ਜਿਹੜੇ ਕਿ ਫੋਰਨ ਜਾ ਕੇ ਪੜ੍ਹ ਰਹੇ ਨੇ। ਸੋ ਇਹਦੇ ਵਿੱਚ ਹੁਣ ਆਪਾਂ ਨੇ ਦੇਖਣਾ ਕਿ ਕਿਸ ਤਰ੍ਹਾਂ ਦੀ ਗੱਲ ਹੋਈ ਹੈ, ਇੰਡੀਅਨ ਸਟੂਡੈਂਟਸ ਦੀ ਗੱਲ ਹੋਈ ਹੈ ਜਿਹੜੇ ਫੋਰਨ ਜਾ ਕੇ ਪੜ੍ਹ ਰਹੇ ਨੇ। ਹੁਣ ਹੈਡਿੰਗਸ, ਲੈਟਸ ਸੀ ਦਾ ਹੈਡਿੰਗਸ ਕੀ ਕਹਿ ਰਹੇ ਨੇ, ਤੁਸੀਂ ਦਿਮਾਗ 'ਚ ਬਿਠਾਇਆ ਵੀ ਸੀਗਾ ਕਿ ਇੱਕ ਹੈਡਿੰਗ ਦੇ ਵਿੱਚ ਇੰਡੀਆ ਵਰਡ ਆਇਆ ਸੀਗਾ, ਹੈਡਿੰਗ ਨੰਬਰ 5। ਇਹਦੇ 'ਚ ਕੀ ਹੈ, ਇੰਡੀਆ ਅ ਮੇਜਰ ਸੋਰਸ ਆਫ ਇੰਟਰਨੈਸ਼ਨਲ ਸਟੂਡੈਂਟਸ। ਇੱਥੇ ਉੱਥੇ ਵੀ ਇਹੀ ਕਹਿ ਰਿਹਾ ਕਿ ਆਸਟ੍ਰੇਲੀਆ 'ਚ ਇੰਨੇ ਸਟੂਡੈਂਟ ਹੈ, ਯੂਕੇ 'ਚ ਇੰਨੇ ਹੈ, ਆਪਣੇ USA 'ਚ ਇੰਨੇ ਹੈ। ਸੋ ਇਟ ਮੀਨਸ ਜਿਹੜਾ ਪੈਰਾਗ੍ਰਾਫ ਇਹ ਹੈ ਉਹ ਸਾਡਾ 5th ਹੈਡਿੰਗ ਲੈ ਕੇ ਜਾਏਗਾ। ਸੋ ਇਹਨੂੰ ਆਪਾਂ ਇੱਦਾਂ ਕ੍ਰੋਸ ਵੀ ਕਰ ਸਕਦੇ ਹਾਂ ਤਾਂ ਕਿ ਬਾਰ-ਬਾਰ ਆਪਾਂ ਦੁਬਾਰਾ ਨਾ ਪੜ੍ਹੀਏ। ਔਰ ਜੋ ਫਸਟ ਹੈਡਿੰਗ ਪੈਰਾਗ੍ਰਾਫ ਏ ਦੇ ਅੱਗੇ ਆਪਾਂ ਨੇ ਲਿਖ ਦੇਣਾ 5 ਔਰ ਵੀ ਪਾਣਾ ਆਪਾਂ 5 ਲਈ। ਰੋਮਨ ਦੇ ਵਿੱਚ ਹਮੇਸ਼ਾ ਆਨਸਰ ਜਿਹੜਾ ਹੈ ਹੈਡਿੰਗਸ ਦਾ ਰੋਮਨ ਦੇ ਵਿੱਚ ਦੇਣਾ, ਨਾ ਹੀ ਤਾਂ ਕੋਈ ਸੈਂਟੈਂਸ ਲਿਖਣਾ, ਨਾ ਕੋਈ ਵਰਡ ਲਿਖਣਾ, ਔਰ ਨਾ ਹੀ ਆਪਣਾ 5 ਇਸ ਤਰ੍ਹਾਂ ਲਿਖਣਾ ਨੂਮੈਰਿਕ 'ਚ। ਠੀਕ ਹੈ ਜੀ। ਨੈਕਸਟ ਪੈਸੇਜ। ਪੈਸੇਜ ਬੀ ਪੜਾਂਗੇ। Thousands of Indian students studying in Australia, for instance, have been left stunned with the sudden collapse of some of the colleges in the past few months। ਇੱਥੇ colleges ਦੀ ਬੰਦ ਹੋਣ ਦੀ ਗੱਲ ਹੋ ਰਹੀ ਹੈ ਕਿ ਕੁਝ ਕਾਲਜ ਜਿਹੜੇ ਸੀਗੇ ਸਡਨਲੀ ਉਹ ਬੰਦ ਹੋ ਗਏ। ਕਿਉਂ ਬੰਦ ਹੋਏ ਆ? Education experts called on Australia to overhaul the international student sector as report emerged of some of the private colleges allegedly taking under the counter payment। ਕੁਝ ਪ੍ਰਾਈਵੇਟ ਕਾਲਜ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਅੰਡਰ ਦਾ ਕਾਊਂਟਰ ਪੇਮੈਂਟ, ਇਹਨੂੰ ਆਪਾਂ ਰਿਸ਼ਵਤ ਕਹਿੰਦੇ ਆ, ਲੈ ਰਹੇ ਸੀਗੇ ਫॉर ਸਰਟੀਫਿਕੇਟਸ। ਉਹ ਸਰਟੀਫਿਕੇਟ ਨੂੰ ਵੇਚ ਰਹੇ ਸੀਗੇ। ਬੋਗਸ ਵਰਕ, ਝੂਠਾ ਕੰਮ, references and residency visa in July this year। International students represent a significant revenue source and are major purchasers of Australian education service। ਹੁਣ ਇਹਦੇ 'ਚ ਕਾਹਦੀ ਗੱਲ ਚੱਲ ਰਹੀ ਹੈ? ਪਹਿਲੇ ਪੈਸੇਜ ਦੇ ਵਿੱਚ ਕੀ ਗੱਲ ਹੋਈ ਹੈ ਕਿ ਕਾਫੀ ਸਟੂਡੈਂਟਸ ਜਿਹੜੇ ਸੀਗੇ ਉਹਨਾਂ ਨੂੰ ਇੱਦਾਂ ਹੀ ਮਤਲਬ ਧੱਕੇ ਪੈ ਰਹੇ ਆ ਕਿਉਂਕਿ ਉਹਨਾਂ ਦੇ ਜਿਹੜੇ ਕਾਲਜ ਸੀਗੇ ਸਡਨਲੀ ਬੰਦ ਹੋ ਗਏ ਬਿਕੋਜ਼ ਉਹ ਪ੍ਰਾਈਵੇਟ ਕਾਲਜ ਸੀਗੇ ਔਰ ਉਹਨਾਂ ਨੇ ਝੂਠੇ ਸਰਟੀਫਿਕੇਟ ਬਣਾਏ। ਸੋ ਇਹਦੇ 'ਚ ਬੋਗਸ ਕਾਲਜਸ ਦੀ ਗੱਲ ਹੋ ਰਹੀ ਹੈ। ਆਸਟ੍ਰੇਲੀਆ ਦੀ ਵੀ ਗੱਲ ਹੋ ਰਹੀ ਹੈ ਇੱਕ ਹੈਡਿੰਗ 'ਚ। ਆਸਟ੍ਰੇਲੀਆ ਵੀ ਆਪਾਂ ਅੰਡਰਲਾਈਨ ਕੀਤਾ ਸੀ ਜਿੱਥੋਂ ਤੱਕ ਮੈਨੂੰ ਯਾਦ ਹੈ। ਸੋ ਲੈਟਸ ਰੀਡ ਸਮ ਮੋਰ ਲਾਈਨਸ। ਅਗਰ ਨੈਕਸਟ ਪੈਸੇਜ ਦੇਖੀਏ ਤਾਂ ਇਨ ਦਾ ਯੂਕੇ ਦੀ ਵੀ ਗੱਲ ਆ ਗਈ। ਦਾ Commons Home Affairs Select Committee estimated that there could be as many as 2,000 privately funded fake colleges। ਹੁਣ ਯੂਕੇ ਨੇ ਵੀ ਆਪਣੀ ਟੈਨਸ਼ਨ ਦਿਖਾਤੀ ਕਾਹਦੇ ਬਾਰੇ 'ਚ? ਫੇਕ ਕਾਲਜਸ ਦੇ ਵਿੱਚ। ਹੁਣ ਆਪਾਂ ਨੂੰ ਜ਼ਰਾ ਜਾਣਾ ਚਾਹੀਦਾ ਆਪਣੇ ਹੈਡਿੰਗਸ ਦੇ ਵੱਲ। ਸੋ ਪਹਿਲਾ ਹੀ ਹੈਡਿੰਗ ਦੇਖੋ, ਕੰਸਰਨਸ ਰਿਗਾਰਡਿੰਗ ਫੇਕ ਕਾਲਜਸ। ਉਹਦੇ 'ਚ ਆਸਟ੍ਰੇਲੀਆ 'ਚ ਵੀ ਫੇਕ ਕਾਲਜਸ ਦੀ ਗੱਲ ਚੱਲ ਰਹੀ ਸੀਗੀ ਔਰ ਇਹਦੇ 'ਚ ਯੂਕੇ ਨੇ ਵੀ ਕੰਸਰਨ ਦਿਖਾਈ ਆਪਣੀ ਫੇਕ ਕਾਲਜਸ ਦੇ ਲਈ। ਠੀਕ ਹੈ, ਫਿਰ ਜ਼ਿਆਦਾ ਪੈਸੇਜ ਨੂੰ ਨਾ ਪੜ੍ਹਦੇ ਹੋਏ ਆਈ ਥਿੰਕ ਵੀ ਸ਼ੁੱਡ ਗੋ ਵਿਦ ਦ ਹੈਡਿੰਗ 1। ਸੋ ਸੈਕਿੰਡ ਪੈਰਾਗ੍ਰਾਫ ਬੀ ਦਾ ਜਿਹੜਾ ਆਨਸਰ ਹੈ ਉਹ 1 ਆਪਾਂ ਲਿਖਣਾ ਆਈ ਪਾ ਕੇ। ਜਿਹੜੇ ਸਾਡੇ ਕੰਪਿਊਟਰ ਡਿਲੀਵਰ ਆਇਲਸ ਵਾਲੇ ਸਟੂਡੈਂਟ ਹੈ ਉਹ ਵੀ ਧਿਆਨ ਦੇਣ ਕਿ ਉਹਨਾਂ ਦਾ ਜਿਹੜਾ ਕੰਪਿਊਟਰ, ਜਿਹੜਾ ਲੈਪਟਾਪ ਜਾਂ ਕੰਪਿਊਟਰ ਜੋ ਵੀ ਹੈ ਉਹਦੇ ਉੱਪਰ ਜਿਹੜੀ ਇੰਗਲਿਸ਼ ਅਲਫਾਬੈਟ ਹੈ ਉਹਦੇ ਨਾਲ ਹੀ ਆਪਾਂ ਨੇ ਇਹਨਾਂ ਦਾ ਆਨਸਰ ਦੇਣਾ। ਸੋ 1 ਦੇ ਵਾਸਤੇ ਆਪਾਂ ਨੇ ਆਈ ਪ੍ਰੈਸ ਕਰਨਾ ਹੈ। ਠੀਕ ਹੈ ਜੀ। ਸੋ ਪੈਰਾਗ੍ਰਾਫ ਸੀ ਵੱਲ ਚੱਲਦੇ ਹਾਂ। Students need to understand that overseas education and permanent residency are two very different things। ਕਿ ਸਟੂਡੈਂਟ ਨੂੰ ਇਹ ਚੀਜ਼ ਅੰਡਰਸਟੈਂਡ ਕਰਨੀ ਚਾਹੀਦੀ ਹੈ ਕਿ ਓਵਰਸੀਜ਼ ਐਜੂਕੇਸ਼ਨ ਜਿਹੜੀ ਆਪਾਂ ਸਟੱਡੀ ਅਬਰੋਡ ਕਰਨ ਜਾਂਦੇ ਹਾਂ ਐਂਡ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ PR ਵਰਡ ਆਪਾਂ ਦੇ ਉੱਥੇ ਹੈਡਿੰਗਸ 'ਚ ਯੂਜ਼ ਹੋਇਆ, they are two very different things and it is dangerous for students to mix
them for short term gains। ਥੋੜੇ ਸਮੇਂ ਦੇ ਫਾਇਦੇ ਵਾਸਤੇ ਐਜੂਕੇਸ਼ਨ ਔਰ ਪੀਆਰ ਨੂੰ ਮਿਕਸ ਨਹੀਂ ਕਰਨਾ। ਸੋ ਇਹਦੇ 'ਚ ਐਜੂਕੇਸ਼ਨ ਔਰ ਪੀਆਰ ਦੋ ਚੀਜ਼ਾਂ ਦੀ ਗੱਲ ਹੋਈ ਹੈ ਕਿ ਐਜੂਕੇਸ਼ਨ ਦਾ ਪੀਆਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਮੈਨੀ ਇੰਡੀਅਨ ਸਟੂਡੈਂਟਸ ਚੂਜ਼ ਐਜੂਕੇਸ਼ਨ ਐਜ਼ ਅ ਪਾਥ ਫॉर ਮਾਈਗ੍ਰੇਸ਼ਨ ਔਰ ਪਰਮਾਨੈਂਟ ਰੈਜ਼ੀਡੈਂਸੀ। ਕਾਫੀ ਸਟੂਡੈਂਟ ਜਿਹੜੇ ਇੰਡੀਆ ਦੇ ਆ ਉਹ ਕੀ ਕਰਦੇ ਆ ਕਿ ਐਜੂਕੇਸ਼ਨ ਨੂੰ ਇਹ ਮੰਨ ਕੇ ਚੱਲਦੇ ਨੇ ਕਿ ਉਹਦੇ ਨਾਲ ਉਹਨਾਂ ਨੂੰ ਪੀਆਰ ਮਿਲ ਜਾਣੀ ਹੈ, ਦੇਅਰ ਬਾਈ ਪੁਟਿੰਗ ਮਨੀ ਐਂਡ ਦੇਅਰ ਕੈਰੀਅਰ ਐਟ ਸਟੇਕ। ਸਟੇਕ ਦਾ ਮਤਲਬ ਹੁੰਦਾ ਆਪਣਾ ਕੈਰੀਅਰ ਨੂੰ ਉਹ ਰਿਸਕ 'ਚ ਪਾ ਲੈਂਦੇ ਨੇ ਇਸ ਚੱਕਰ 'ਚ। ਸਮ ਸਟੂਡੈਂਟਸ ਆਰ ਬੀਂਗ ਮਿਸਗਾਈਡਡ ਬਾਏ ਫਲਾਈ ਬਾਏ ਨਾਈਟ ਇਮੀਗ੍ਰੇਸ਼ਨ। ਫਲਾਈ ਬਾਏ ਨਾਈਟ ਜਿਹੜੇ ਰਾਤੋਂ ਰਾਤ ਖੁੱਲ੍ਹਦੇ ਆ ਦਫ਼ਤਰ ਤੇ ਬੰਦ ਹੋ ਜਾਂਦੇ ਆ, ਉਹ ਵਾਲੇ ਜਿਹੜੇ ਏਜੰਟਸ ਸੀਗੇ ਉਹ ਉਹਨਾਂ ਨੂੰ ਮਿਸਗਾਈਡ ਕਰਦੇ ਆ। ਹੂ ਸੁਜੈਸਟ ਐਡਮਿਸ਼ਨ ਇਜ਼ ਨਾਟ ਸੋ ਕ੍ਰੈਡੀਬਲ ਕਾਲਜਿਸ, ਉਹ ਫੇਕ ਕਾਲਜਿਸ ਜਿਹੜੇ ਉਹਨਾਂ 'ਚ ਐਡਮਿਸ਼ਨ ਲੈ ਲੈਂਦੇ ਉਹਨਾਂ ਨੂੰ। ਦਿਸ ਇਜ਼ ਮੇਅਰਲੀ ਟੂ ਸਿਕਿਉਰ ਪਰਮਾਨੈਂਟ ਰੈਜ਼ੀਡੈਂਸੀ। Some students pay thousands of dollars for courses like hair dressing। hair dressing ਦਾ ਕੋਰਸ ਵਾਸਤੇ thousands of dollars ਪੇ ਕਰ ਦਿੰਦੇ ਬੱਚੇ ਇਹਨਾਂ ਏਜੰਟਸ 'ਤੇ ਹੀ ਵਿਸ਼ਵਾਸ ਕਰਕੇ। who tell them that they would get permanent residency। ਉਹਨੇ ਸਾਰੇ ਪੈਸੇਜ ਪੜ੍ਹ ਕੇ ਦੇਖੋ ਤੁਹਾਨੂੰ ਕੀ ਨਜ਼ਰ ਆ ਰਿਹਾ, ਐਜੂਕੇਸ਼ਨ ਔਰ ਪਰਮਾਨੈਂਟ ਰੈਜ਼ੀਡੈਂਸੀ। ਔਰ ਇਹਦੇ 'ਚ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਏਜੰਟ 'ਤੇ ਵਿਸ਼ਵਾਸ ਨਾ ਕਰੋ, ਕਿ ਇਹ ਨਾ ਸੋਚੋ ਕਿ ਤੁਸੀਂ ਸਟੱਡੀ ਕਰਨ ਜਾ ਰਹੇ ਹੋ ਅਤੇ ਤੁਹਾਨੂੰ ਪੀਆਰ ਮਿਲਣੀ ਹੀ ਮਿਲਣੀ ਹੈ। ਸੋ ਲੈਟਸ ਸੀ ਇਨ ਦਾ ਹੈਡਿੰਗਸ। ਫੋਕਸ ਔਨ ਸਟੱਡੀ ਨਾਟ ਪੀਆਰ। ਸਟੱਡੀ 'ਤੇ ਫੋਕਸ ਕਰੋ, ਪੀਆਰ 'ਤੇ ਨਹੀਂ। ਕੁਛ ਮਿਲ ਰਿਹਾ ਹੈ ਆਪਾਂ ਨੂੰ ਲੱਗਦਾ ਹੈ। ਬਾਕੀ ਵੀ ਹੈਡਿੰਗ ਦੇਖ ਲੈਂਦੇ ਹਾਂ ਕਿਉਂਕਿ ਪੀਆਰ 2-3 ਵਾਰੀ ਆਇਆ ਇਹਦੇ 'ਚ। ਐਜੂਕੇਸ਼ਨ ਕੈਨ ਨਾਟ ਗਰੰਟੀ ਪੀਆਰ, ਔਰ ਇੱਕ ਨੀਚੇ ਹੈ ਪੀਆਰ ਹਾਊ ਟੂ ਗੈਟ ਪੀਆਰ। ਹੁਣ ਹੈਡਿੰਗ 2 ਜਿਹੜਾ ਇਹ ਸਾਡਾ ਸਹੀ ਆਨਸਰ ਨਹੀਂ ਹੈ। ਇਹ ਕਿਉਂ ਨਹੀਂ ਹੈ? ਕਿਉਂਕਿ ਇਹਦੇ 'ਚੋਂ ਕਹਿ ਰਿਹਾ ਫੋਕਸ ਔਨ ਸਟੱਡੀ, ਜਦ ਕਿ ਸਾਡੇ ਪੈਸੇ ਦੇ ਵਿੱਚ ਸਟੱਡੀ 'ਤੇ ਫੋਕਸ ਕਰਨ ਦੀ ਕੋਈ ਗੱਲ ਨਹੀਂ ਹੋਈ। ਉਹਨਾਂ ਨੇ ਇਹ ਕਿਹਾ ਕਿ ਸਟੱਡੀ ਕਰੋ, ਪਰ ਇਹ ਨਾ ਸਮਝੋ ਕਿ ਇਹਦੇ ਨਾਲ ਤੁਹਾਨੂੰ ਪੀਆਰ ਮਿਲ ਜਾਏਗੀ। ਸੋ ਆਪਾਂ 4th ਹੈਡਿੰਗ ਵੱਲ ਚੱਲਦੇ ਹਾਂ। ਐਜੂਕੇਸ਼ਨ ਔਰ ਸਟੱਡੀ ਇੱਕੋ ਹੀ ਗੱਲ ਹੈ। ਐਜੂਕੇਸ਼ਨ ਕੈਨ ਨਾਟ ਗਰੰਟੀ ਪੀਆਰ। ਸੋ ਦਿਸ ਹੈਡਿੰਗ ਬੈਸਟ ਫਿਟਸ ਫॉर ਦਾ ਪੈਰਾਗ੍ਰਾਫ ਸੀ। ਸੋ ਆਪਾਂ ਨੇ ਇਹਨੂੰ ਚੂਜ਼ ਕਰਨਾ ਹੈ ਕਿਉਂਕਿ ਪੀਆਰ ਕਿਸ ਤਰ੍ਹਾਂ ਮਿਲਣੀ ਹੈ ਉਹਦੀ ਵੀ ਕੋਈ ਗੱਲ ਨਹੀਂ ਹੋਈ। ਸੋ ਆਪਣੇ ਜਿਹੜਾ ਆਨਸਰ ਹੈ 3 ਨੰਬਰ ਪੈਰਾਗ੍ਰਾਫ ਦਾ ਉਹ ਰਹੇਗਾ 4। ਅੱਗੇ ਚੱਲਦੇ ਹਾਂ, ਨੈਕਸਟ ਪੈਸੇਜ ਪੜ੍ਹਦੇ ਹਾਂ। ਆਪਾਂ 3 ਪੈਸੇਜ ਹੋ ਗਏ ਸਾਡੇ ABC, ਹੁਣ ਚੱਲਦੇ ਹਾਂ D ਵੱਲ। Students aspiring to go abroad should bear in mind that permanent residency will yield only temporary gains। ਹੁਣ ਇਹਦੇ 'ਚ ਫਿਰ ਪੀਆਰ ਦੀ ਗੱਲ ਹੀ ਉਹਨੇ ਕੀਤੀ ਹੈ ਕਿ ਜਿਹੜੇ ਸਟੂਡੈਂਟਸ ਬਾਹਰ ਜਾਣ ਦੇ ਇੱਛੁਕ ਨੇ ਉਹਨਾਂ ਨੂੰ ਆਪਣੇ ਬੀਅਰ ਇਨ ਮਾਈਂਡ, ਆਪਣੇ ਦਿਮਾਗ 'ਚ ਰੱਖਣਾ ਚਾਹੀਦਾ ਹੈ ਕਿ ਜਿਹੜੀ ਪੀਆਰ ਹੈਗੀ ਹੈ ਉਹ ਦੈਟ ਵਿਲ ਹੀਲਡ ਓਨਲੀ ਟੈਂਪਰੇਰੀ ਗੇਨਸ, ਉਹਦੇ ਨਾਲ ਸਾਨੂੰ ਕੋਈ ਲੰਬੇ ਸਮੇਂ ਤੱਕ ਫਾਇਦਾ ਨਹੀਂ ਮਿਲਣ ਵਾਲਾ। Only those students who consider education as an investment stand to gain in the long term। ਸਿਰਫ ਉਹੀ ਸਟੂਡੈਂਟ ਜਿਹੜੇ ਕਿ ਆਪਣੀ ਐਜੂਕੇਸ਼ਨ ਨੂੰ ਕੰਸਿਡਰ ਕਰਦੇ ਨੇ ਐਜ਼ ਐਨ ਇਨਵੈਸਟਮੈਂਟ, ਉਹਨਾਂ ਨੂੰ ਹੀ ਲੌਂਗ ਟਰਮ ਦੇ ਵਿੱਚ ਬੈਨੀਫਿਟ ਮਿਲਣ ਵਾਲਾ ਹੈ। ਸੋ ਇਹਦੇ 'ਚ ਉਹ ਕਲੀਅਰ ਕੱਟ ਇਹ ਗੱਲ ਕਹਿ ਰਿਹਾ ਕਿ ਤੁਸੀਂ ਆਪਣੀ ਐਜੂਕੇਸ਼ਨ ਵੱਲ ਧਿਆਨ ਦਿਓ, while the rest will be left behind with a weak bank balance and sore memories। Thus, it is important to be sure that the university, college, institution where one is applying has a certain standing and is recognized within the home country। ਹੁਣ ਅੱਗੇ ਉਹ ਕੀ ਕਹਿ ਰਿਹਾ ਕਿ it is important to be sure that the university, college, institute where one is applying has a certain standing and is recognized within the home country। ਕਿ ਜਿਹੜਾ ਤੁਸੀਂ ਇੰਸਟੀਚਿਊਟ ਚੂਜ਼ ਕਰਨਾ ਹੈ ਨਾ ਉਹ ਤੁਹਾਡੀ ਹੋਮ ਕੰਟਰੀ ਦੇ ਵਿੱਚ ਰੈਕੋਗਨਾਈਜ਼ਡ ਹੋਣਾ ਚਾਹੀਦਾ ਹੈ। ਚੂਜ਼ਿੰਗ ਏ ਕੋਰਸ ਵਿਦ ਅ ਫੋਕਸ ਔਨ ਪੀਆਰ ਕੁਡ ਪ੍ਰੂਵ ਡਿਟਰਮੀਨੈਂਟਲ। ਕਿ ਤੁਸੀਂ ਅਗਰ ਕੋਈ ਕੋਰਸ
ਪੀਆਰ ਨੂੰ ਸੋਚ ਕੇ ਚੂਜ਼ ਕਰਦੇ ਹੋ ਤਾਂ ਦੈਟ ਵਿਲ ਬੀ ਡਿਟਰਮੀਨੈਂਟਲ, ਦੈਟ ਵਿਲ ਬੀ ਹਜ਼ਾਰਡੀਅਸ, ਉਹਦਾ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਸੋ ਇਹਦੇ 'ਚ ਮੇਨ ਚੀਜ਼ ਉਹਨੇ ਕੀ ਕਹੀ ਹੈ, ਆ ਦੇਖੋ ਹਮੇਸ਼ਾ ਇਦਾਂ ਨਹੀਂ ਹੁੰਦਾ ਕਿ ਪਹਿਲੀ ਲਾਈਨ 'ਚ ਤੁਹਾਨੂੰ ਆਨਸਰ ਮਿਲ ਜਾਣਾ। ਇਹਦੇ 'ਚ ਉਹਨੇ ਪਹਿਲੀ ਲਾਈਨ ਦੇ ਵਿੱਚ ਸਿਰਫ ਭੂਮਿਕਾ ਬਣਾਈ ਹੈ, ਮਤਲਬ ਬੈਕਗਰਾਊਂਡ ਸਟੇਟਮੈਂਟ ਹੈ, ਔਰ ਮੇਨ ਤੁਹਾਡਾ ਆਨਸਰ ਉਹਨੇ ਇੱਥੇ ਦਿੱਤਾ ਆ ਕਿ ਓਨਲੀ ਦੋਜ਼ ਸਟੂਡੈਂਟਸ ਹੂ ਕੰਸੀਡਰ ਐਜੂਕੇਸ਼ਨ ਐਜ਼ ਐਨ ਇਨਵੈਸਟਮੈਂਟ, ਜਿਹੜਾ ਸਟੂਡੈਂਟ ਐਜੂਕੇਸ਼ਨ ਦੇ ਨੂੰ ਆਪਣਾ ਕੰਸੀਡਰ ਕਰੇਗਾ ਉਹੀ ਲੌਂਗ ਟਰਮ ਦੇ ਵਿੱਚ ਬੈਨੀਫੀਸ਼ੀਅਲ ਰਹੇਗਾ। ਹਾਂ, ਇਹਦੇ 'ਚ ਥੋੜ੍ਹੀ ਜਿਹੀ ਗੱਲ ਉਹਨਾਂ ਨੇ ਕਾਲਜਿਸ ਯੂਨੀਵਰਸਿਟੀਜ਼ ਦੀ ਵੀ ਕੀਤੀ ਕਿ ਉਹ ਜਿਹੜੀਆਂ ਹੈਗੀਆਂ ਦੈਟ ਸ਼ੁੱਡ ਬੀ ਰੈਕੋਗਨਾਈਜ਼ਡ ਵਿਦਿਨ ਦਾ ਹੋਮ ਕੰਟਰੀਜ਼। ਪਰ ਜ਼ਿਆਦਾ ਫੋਕਸ ਜਿਹੜਾ ਹੈ ਉਹਨੇ ਕਿਸ ਚੀਜ਼ 'ਤੇ ਕੀਤਾ ਕਿ ਆਪਾਂ ਨੂੰ ਐਜੂਕੇਸ਼ਨ ਦੇ ਉੱਪਰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਠੀਕ ਹੈ ਜੀ, ਤਾਂ ਆਪਾਂ ਚੱਲਦੇ ਹਾਂ ਹੈਡਿੰਗਸ ਵੱਲ। ਤਾਂ ਇਹਦੇ 'ਚ ਸਿਲੈਕਟਿੰਗ ਦਾ ਰਾਈਟ ਇੰਸਟੀਟਿਊਸ਼ਨ, ਇਹਦੀ ਗੱਲ ਜ਼ਰੂਰ ਹੋਈ ਹੈ, ਠੀਕ ਹੈ। ਪਰ ਇਸ ਤੋਂ ਜ਼ਿਆਦਾ ਵੀ ਗੱਲ ਉਹਨੇ ਕੀ ਕੀਤੀ, ਜ਼ਿਆਦਾ ਫੋਕਸ ਕਿਸ ਚੀਜ਼ 'ਤੇ ਰੱਖਿਆ ਆਪਣੇ ਪੈਸੇ ਦਾ ਸੈਂਟਰਲ ਆਈਡੀਆ ਉਹਨੇ ਕੀ ਕੀਤਾ ਹੈ, ਫੋਕਸ ਔਨ ਸਟੱਡੀ ਨਾਟ ਪੀਆਰ। ਉਹਨੇ ਇਹ ਕਿਹਾ ਕਿ ਤੁਸੀਂ ਸਟੱਡੀ ਦੇ ਉੱਪਰ ਫੋਕਸ ਕਰੋ, ਪੀਆਰ ਦੇ ਉੱਪਰ ਨਹੀਂ। ਸੋ ਆਪਾਂ ਦਾ ਹੈਡਿੰਗ ਜਾਏਗਾ 2, ਇੱਥੇ ਆਪਾਂ 2 ਲਿਖ ਦਿੰਦੇ ਹਾਂ, 2 ਵਾਰੀ ਆਈ ਕਰ ਦੇਣਾ, ਆਈ। ਠੀਕ ਹੈ ਜੀ, ਔਰ ਅੱਗੇ ਚੱਲਦੇ ਹਾਂ ਨੈਕਸਟ ਪੈਸੇਜ 'ਤੇ। Selection of the right kind of institutes play a vital role, very important role in the whole process। ਇਹ ਸਾਰੇ ਪ੍ਰੋਸੈਸ ਦੇ ਵਿੱਚ ਜਦੋਂ ਜਿਹੜਾ ਹੈ ਸਾਡਾ ਰਾਈਟ ਕਾइंड ऑफ ਇੰਸਟੀਟਿਊਸ਼ਨ, ਹੁਣ ਇਹ ਪਹਿਲੀ ਲਾਈਨ ਮੇਨ ਲਾਈਨ ਇਹਨੇ ਇਹ ਬਣਾਈ ਹੈ ਕਿ ਰਾਈਟ ਕਾइंड ऑफ ਇੰਸਟੀਟਿਊਸ਼ਨ। Selecting a good and accredited college ensure future prospects of recruitment, and also there are several criteria to choose an institute। ਹੁਣ ਇੱਥੇ ਇੰਸਟੀਚਿਊਟ ਨੂੰ ਚੂਜ਼ ਕਰਨ ਦੀ ਹੀ ਗੱਲ ਬਾਰ-ਬਾਰ ਕੀਤੀ ਜਾ ਰਹੀ ਹੈ। ਨੈਕਸਟ ਪੈਸੇਜ 'ਚ ਵੀ ਦੇਖ ਲਓ, broadly there are two types of institutions, one that need money to impart education and other who impart education to make ਮਨੀ। ਔਰ ਲਾਸਟ 'ਤੇ ਵੀ ਦੇਖੋ ਐਜੂਕੇਸ਼ਨ ਇੰਸਟੀਟਿਊਸ਼ਨ ਦੀ ਹੀ ਗੱਲ ਜ਼ਿਆਦਾ ਚੱਲ ਰਹੀ ਹੈ। ਸੋ ਇਹ ਸਾਡਾ ਹੈਡਿੰਗ ਲੈ ਕੇ ਜਾਏਗਾ ਸਿਲੈਕਟਿੰਗ ਦਾ ਰਾਈਟ ਇੰਸਟੀਟਿਊਸ਼ਨ, ਨੰਬਰ 3। ਹੁਣ ਆਪਾਂ ਚਲੀਏ ਪੈਰਾਗ੍ਰਾਫ ਐਫ, ਲਾਸਟ ਇੱਕੋ ਹੀ ਪੈਸੇ ਰਹਿ ਗਿਆ। ਲਾਸਟ ਬਟ ਨਾਟ ਲੀਸਟ is hiring a good overseas education consultant। ਚਲੋ ਜੀ, ਇਹਦੇ 'ਚ ਵੀ ਤੁਹਾਨੂੰ ਆਨਸਰ ਮਿਲ ਗਿਆ। ਹਾਇਰਿੰਗ ਏ ਗੁੱਡ ਓਵਰਸੀਜ਼ ਐਜੂਕੇਸ਼ਨ ਕੰਸਲਟੈਂਟ, ਥੋੜਾ ਹੋਰ ਪੜ੍ਹ ਲਓ। A genuine educational consultant will not mislead the gullible students. On the contrary, they will play a vital role. They will play a vital role in helping students to decide on the school they want to attend and also the right course। ਇਹਦੇ 'ਚ ਕਿਹਦੀ ਗੱਲ ਹੋ ਗਈ, ਰੋਲ ਵਰਡ ਯੂਜ਼ ਕੀਤਾ, ਰੋਲ ਆਫ ਐਜੂਕੇਸ਼ਨ ਕੰਸਲਟੈਂਟ। ਚਲੋ ਜੀ ਪੈਸੇਜ ਵੱਲ ਚਲੀਏ, ਹੈਡਿੰਗ ਵੱਲ, ਸੌਰੀ। ਰੋਲ ਆਫ ਇਮੀਗ੍ਰੇਸ਼ਨ ਕੰਸਲਟੈਂਟਸ ਹੋ ਗਿਆ ਜੀ। So selecting an reliable consultant is also should be considered। So ਇੱਥੇ ਸਾਡੇ ਕੋਲ ਕੀ ਆ ਗਿਆ, ਰੋਲ ਆਫ ਇਮੀਗ੍ਰੇਸ਼ਨ ਕੰਸਲਟੈਂਟ 7। ਸੋ ਇਹਦੇ ਨਾਲ ਹੀ ਸਾਡੇ ਹੈਡਿੰਗ ਅਲਾਟਮੈਂਟ ਦਾ ਜਿਹੜਾ ਸੀਗਾ ਸਿਸਟਮ ਉਹ ਖਤਮ ਹੋ ਗਿਆ। ਹੁਣ ਇਹ ਦੇਖੋ ਜਿਹੜੇ ਗਲਤ ਸੀਗੇ ਆਨਸਰਸ ਕਿਹੜੇ ਕਿਹੜੇ ਸੀ। ਵਾਈ ਡੂ ਸਟੂਡੈਂਟ ਸਿਲੈਕਟ ਆਸਟ੍ਰੇਲੀਆ, ਹੁਣ ਆਸਟ੍ਰੇਲੀਆ ਦੀ ਗੱਲ ਬਾਰ-ਬਾਰ ਆਈ, ਇਹ ਟਰੈਪ ਸੀਗਾ। ਇਨਕਮ ਫਰੋਮ ਇੰਟਰਨੈਸ਼ਨਲ ਸਟੂਡੈਂਟਸ, ਇਹਦੀ ਵੀ ਗੱਲ ਹੋਈ ਕਿ ਆਸਟ੍ਰੇਲੀਅਨ ਨੂੰ ਇਨਕਮ ਆਉਂਦੀ ਹੈ ਫੋਰਨ ਸਟੂਡੈਂਟਸ ਐਂਡ ਆਲ ਦੈਟ, ਬਟ ਕਿਤੇ ਵੀ ਉਹ ਮੇਨ ਆਈਡੀਆ ਨਹੀਂ ਸੀਗਾ ਕਿਸੇ ਵੀ ਟੌਪਿਕ ਦਾ। ਹੁਣ 3 ਕਿ 4 ਪੈਸੇ 'ਚ ਪੀਆਰ ਦੀ ਗੱਲ ਕੀਤੀ, ਬਟ ਉਹਦੇ 'ਚ ਇਹ ਨਹੀਂ ਕਿਸੇ 'ਚ ਵੀ ਦੱਸਿਆ ਕਿ ਪੀਆਰ ਕਿਸ ਤਰ੍ਹਾਂ ਮਿਲਣੀ ਹੈ। ਠੀਕ ਹੈ ਜੀ, ਔਰ ਇਹਦੇ 'ਚ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਿਰਫ ਜਦੋਂ ਹੈਡਿੰਗ ਅਲਾਟਮੈਂਟ ਕਰਨੀ ਹੈ ਆਪਾਂ ਨੂੰ ਸਿਰਫ ਹੈਡਿੰਗ ਅਲਾਟਮੈਂਟ ਹੀ ਨਹੀਂ ਆਉਂਦੇ, ਨਾਲ ਜਾਂ ਤਾਂ ਟਰੂ ਫਾਲਸ ਦੇ ਕੁਝ ਕੁਐਸਚਨ ਆਉਣਗੇ ਜਾਂ ਫਿਰ ਆਉਣਗੇ ਆਪਾਂ ਨੂੰ
ਫਿਲ ਇਨ ਦਾ ਬਲੈਂਕਸ, ਔਰ ਨਾਲ ਨੀਚੇ ਫਿਲ ਇਨ ਦਾ ਬਲੈਂਕਸ ਦੇ ਸਾਨੂੰ ਇਹਨਾਂ ਨੇ ਵਰਡਸ ਵੀ ਦੇ ਦਿੱਤੇ ਨੇ। ਸੋ ਆਪਾਂ ਨੇ ਜਿੱਦਾਂ ਸਾਰੇ ਪੈਸੇਜ ਪੜ੍ਹ ਲਏ ਆ, ਸਾਨੂੰ ਪਤਾ ਵੀ ਇਹ ਕਿੱਥੇ ਕੀ ਪਿਆ ਹੈ। ਸੋ ਜਦੋਂ ਆਪਾਂ ਪੂਰਾ ਪੈਸੇਜ ਅੱਛੀ ਤਰ੍ਹਾਂ ਪੜ੍ਹ ਲੈਂਦੇ ਹਾਂ ਤਾਂ ਜਿਹੜਾ ਇਹਨੂੰ ਸੋਲਵ ਕਰਨਾ ਬਹੁਤ ਈਜ਼ੀ ਹੋ ਜਾਂਦਾ। ਇਹਨੂੰ ਆਪਾਂ ਨਾਲ ਦੇ ਨਾਲ ਵੀ ਚੱਕ ਸਕਦੇ ਸੀਗੇ, ਜਿੱਦਾਂ ਆਪਾਂ ਹੈਡਿੰਗ ਪਲੱਸ ਜਿਹੜੇ ਫਿਲ ਇਨ ਦਾ ਬਲੈਂਕਸ ਇਕੱਠੇ ਵੀ ਕਰ ਸਕਦੇ ਸੀ, ਪਰ ਆਪਣਾ ਅੱਜ ਮੇਨ ਟੌਪਿਕ ਜਿਹੜਾ ਸੀਗਾ ਨਾ ਉਹ ਸੀਗਾ ਕਿ ਆਪਾਂ ਨੇ ਹੈਡਿੰਗ ਅਲਾਟਮੈਂਟ ਕਿਸ ਤਰ੍ਹਾਂ ਕਰਨੀ ਹੈ। ਸੋ ਇਹਨਾਂ ਨੂੰ ਵਿੱਚ ਲਿਆ ਕੇ ਮੈਂ ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਚਾਹੁੰਦਾ ਸੀਗਾ, ਠੀਕ ਹੈ ਜੀ। ਹੁਣ ਆਪਾਂ ਕਰ ਲੈਂਦੇ ਹਾਂ ਵੀ ਇਟ ਵਿਲ ਨਾਟ ਟੇਕ ਮਚ ਟਾਈਮ। Many Indian students studying in Australia and UK have been left helpless, ਉਹ ਜਦੋਂ ਕਾਲਜ ਬੰਦ ਹੋਏ ਜਿੱਥੇ ਉੱਥੇ ਗੱਲ ਕੀਤੀ ਨਾ, left helpless by the unexpected dash of some colleges। ਕਾਲਜ ਕੀ ਹੋਏ? ਬੰਦ ਹੋਏ। ਮੈਂ ਪਹਿਲੇ ਹੀ ਤੁਹਾਨੂੰ ਕਹਿ ਦਿੱਤਾ। ਤਾਂ ਬੰਦ ਹੋਣ ਦੀ ਇੰਗਲਿਸ਼ ਕੀ ਹੁੰਦੀ ਹੈ? ਦੇਖ ਲਓ ਥੱਲੇ, ਕਲੋਜ਼ਰ। ਸੋ ਇਹਦਾ ਸਿੱਧਾ ਹੀ ਆਨਸਰ ਤੁਸੀਂ ਇੱਥੇ ਕੀ ਲਗਾ ਦਿਓ? ਬੀ। ਹੇਅਰ ਇਜ਼ ਕਲੋਜ਼ਰ, ਹੈ ਨਾ। ਸੋ ਇੱਥੇ ਤੁਹਾਡਾ ਕੀ ਆਨਸਰ ਆ ਜਾਣਾ ਚਾਹੀਦਾ? ਬੀ। ਔਰ ਇਹਨੂੰ ਤੁਸੀਂ ਕਰ ਦਿਓ ਕ੍ਰਾਸ। ਅੱਗੇ ਚਲੋ। ਇੰਟਰਨੈਸ਼ਨਲ ਸਟੂਡੈਂਟਸ ਆਰ ਐਨ ਇੰਪੋਰਟੈਂਟ ਸੋਰਸ ਆਫ ਡੈਸ਼ ਫॉर ਆਸਟ੍ਰੇਲੀਆ। ਕਾਹਦਾ ਸੋਰਸ ਹੈਗਾ? ਸੋਰਸ ਆਫ ਇਨਕਮ। ਇਨਕਮ ਆ ਗਿਆ। ਹੋਰ ਦੇਖ ਲਓ ਕੋਈ ਇਨਕਮ ਨਾਲ ਮਿਲਦਾ ਜੁਲਦਾ ਵਰਡ ਜਿਹੜਾ ਤੁਹਾਨੂੰ ਲੱਗਦਾ ਇੱਥੇ ਫਿੱਟ ਬੈਠ ਸਕਦਾ। ਹੋਰ ਕੋਈ ਬੈਠ ਹੀ ਨਹੀਂ ਸਕਦਾ ਫਿੱਟ। ਸੋ ਦ ਆਨਸਰ ਵਿਲ ਬੀ ਆਈ। ਸੌਰੀ। ਅੱਗੇ ਚੱਲਦੇ ਹਾਂ। ਇਨ ਯੂਕੇ ਅਥਾਰਟੀਜ਼, ਯੂਕੇ 'ਚ ਕੀ ਹੈਗਾ? ਅਥਾਰਟੀਜ਼ fear such fake colleges could damage the dash of the country as a place of international education। ਯੂਕੇ ਦੀ ਗੱਲ ਹੋਈ ਸੀਗੀ ਜਿੱਥੇ ਫੇਕ ਕਾਲਜਸ ਦੀ ਵੀ ਗੱਲ ਹੋਈ ਸੀ। ਉੱਥੇ ਜਾ ਕੇ ਆਪਾਂ ਪੜ੍ਹ ਲੈਂਦੇ ਹਾਂ। ਫਿਰ ਜੇਕਰ ਨਹੀਂ ਪਤਾ ਚੱਲ ਰਿਹਾ ਤਾਂ ਉੱਥੇ ਜਾ ਕੇ ਪੜ੍ਹ ਲੈਂਦੇ ਹਾਂ ਕਿ ਕੁਡ ਡੈਮੇਜ, ਕਿਸ ਚੀਜ਼ ਨੂੰ ਡੈਮੇਜ ਕਰ ਸਕਦੇ ਨੇ ਜਿਹੜੇ ਫੇਕ ਕਾਲਜਸ ਨੇ ਆਫ ਦਾ ਕੰਟਰੀ। ਕੰਟਰੀ ਦੀ ਕਿਹੜੀ ਚੀਜ਼ ਨੂੰ ਡੈਮੇਜ ਕਰ ਸਕਦੇ ਨੇ? ਲਓ ਜੀ, ਯੂਕੇ ਆ ਗਿਆ। ਫੇਕ ਕਾਲਜਸ ਵੀ ਆ ਗਿਆ। ਮੋਸਟ ਆਫ ਦੀਜ਼ ਫੇਕ ਕਾਲਜਸ ਆਰ ਫਲਾਈ ਬਾਈ ਨਾਈਟ ਆਪਰੇਸ਼ਨ ਵਿਚ ਕੋਜ਼ ਦੈਨ। ਜਿਹੜਾ ਬ੍ਰਿਟੇਨ ਦਾ ਫਰਦਰ ਐਜੂਕੇਸ਼ਨ ਮਿਨਿਸਟਰ ਨੇ ਗੱਲ ਕੀਤੀ ਹੈ, ਕੈਵਿਨ ਨੇ, ਐਕਸਪ੍ਰੈਸਡ ਕੰਸਰਨ over the trend of fake colleges that were damaging the UK's reputation। ਉਹ ਜਿਹੜੇ ਫੇਕ ਕਾਲਜ ਨੇ ਕੀ ਕਰ ਰਹੇ ਨੇ? ਕਿਸ ਚੀਜ਼ ਨੂੰ ਡੈਮੇਜ ਕਰ ਰਹੇ ਨੇ? ਯੂਕੇ ਦੀ ਨੂੰ ਰੈਪੂਟੇਸ਼ਨ ਨੂੰ ਡੈਮੇਜ ਕਰ ਰਹੇ ਨੇ। ਸੋ ਬਹੁਤ ਹੀ ਈਜ਼ੀਲੀ ਸਾਨੂੰ ਆਨਸਰ ਮਿਲ ਗਿਆ ਇਹਦਾ ਵੀ। ਕੁਡ ਡੈਮੇਜ ਦਾ ਰੈਪੂਟੇਸ਼ਨ ਆਫ ਦਾ ਕੰਟਰੀ। ਦੇਖਿਓ ਰੈਪੂਟੇਸ਼ਨ ਹੈਗਾ, ਯੈਸ। ਆਨਸਰ ਵਿਲ ਬੀ ਜੀ। ਇੱਥੋਂ ਚੱਕੋ ਜੀ। ਡੈਮੇਜ ਦਾ ਰੈਪੂਟੇਸ਼ਨ ਜੀ। ਇਟ ਇਜ਼ ਡੇਂਜਰਸ ਫॉर ਸਟੂਡੈਂਟਸ ਟੂ ਟੇਕ, ਕੀ ਕਹਿ ਰਿਹਾ ਹੈ ਕਿ ਇਟ ਇਜ਼ ਡੇਂਜਰਸ ਫॉर ਸਟੂਡੈਂਟਸ ਟੂ ਟੇਕ ਡੈਸ਼ ਐਜ਼ ਅ ਸ਼ਾਰਟਕਟ ਟੂ ਡੈਸ਼। ਸਿੰਪਲ, ਵੈਰੀ ਸਿੰਪਲ। ਇਟ ਇਜ਼ ਡੇਂਜਰਸ ਫॉर ਸਟੂਡੈਂਟਸ ਟੂ ਟੇਕ ਟੇਕ ਐਜੂਕੇਸ਼ਨ ਐਜ਼ ਅ ਸ਼ਾਰਟਕਟ ਟੂ ਪੀਆਰ। ਵੈਰੀ ਈਜ਼ੀ। ਪੜ੍ਹਨਾ ਪੜ੍ਹ ਕੇ ਵੀ ਦੇਖ ਲਓ ਕਿ ਇੱਥੇ ਕੀ ਆ ਜਾਏਗਾ? ਐਜੂਕੇਸ਼ਨ, ਟੇਕ ਐਜੂਕੇਸ਼ਨ ਐਜ਼ ਅ ਸ਼ਾਰਟਕਟ ਕੇ, ਐਂਡ ਦੈਨ ਇੱਥੇ ਕੀ ਆ ਜਾਏਗਾ ਤੁਹਾਡਾ? ਐਲ। ਸੋ ਦੋ ਆਨਸਰ ਇਕੱਠੇ ਆਪਾਂ ਨੂੰ ਮਿਲ ਗਏ। ਨੈਕਸਟ 12 ਨੰਬਰ ਕੁਐਸਚਨ। Thus you may lose both time and the dash to make good career। ਜੇਕਰ ਤੁਸੀਂ ਗਲਤ ਕਾਲਜ ਚੂਜ਼ ਕਰ ਲਓਗੇ ਤਾਂ ਫਿਰ ਕੀ ਹੋਏਗਾ? ਜਾਂ ਪੀਆਰ ਦੇ ਚੱਕਰ 'ਚ ਪਾਓਗੇ, ਪੀਆਰ ਦੀ ਗੱਲ ਹੀ ਚੱਲ ਰਹੀ ਹੈ। ਯੂ ਮੇ ਲੂਜ਼ ਬੋਥ, ਸੌਰੀ, ਟਾਈਮ ਵੀ ਤੁਹਾਡਾ ਜਾਏਗਾ ਔਰ ਹੋਰ ਕੀ ਜਾਏਗਾ? ਟੂ ਮੇਕ ਅ ਗੁੱਡ ਕਰੀਅਰ। ਟੂ ਮੇਕ ਅ ਗੁੱਡ ਕਰੀਅਰ, ਅੱਛਾ ਕਰੀਅਰ ਬਣਾਉਣ ਦੇ ਲਈ ਕਿਹੜੀ ਚੀਜ਼ ਤੁਹਾਡੀ ਗੁੰਮ ਹੋ ਜਾਏਗੀ ਇੱਥੋਂ? ਸੋ ਲੈਟਸ ਸੀ।
ਫੇਕ ਕਾਲਜਿਸ ਦੇ ਬਾਰੇ ਹੀ ਚੱਲ ਰਿਹਾ ਸੀਗਾ ਨਾ ਤੁਹਾਡਾ। ਹਾਇਰਿੰਗ ਬਲੀਵ ਟੂ ਅਟੈਂਡ Australia has that particular courses. But permanent residency rules are subject to change, and if that happens, student lose not only the chance to get PR but also their precious time and an opportunity to build a viable career. ਕਿਹੜੀ ਕਿਹੜੀ ਚੀਜ਼ ਸਟੂਡੈਂਟ ਗਵਾ ਦੇਣਗੇ? ਇੱਕ ਤਾਂ ਪ੍ਰੇਸ਼ੀਅਸ ਟਾਈਮ और दूसरा की है एन अपॉर्चुनिटी टू बिल्ड ए वाइबल कैरियर। टाइम एंड अपॉर्चुनिटी देखो मैच हो रहा थे। Thus you may lose both time and the opportunity to make a good career। सो हो गया मैच। सो इत्थे आपां नूं की चाहिदा? अपॉर्चुनिटी। आंसर विल बी ए। A. While PR offers only dash advantages, education benefits in the long term। ਕਹਿੰਦਾ ਹੁਣ ਕੀ ਹੈ ਕਿ ਜਿਹੜੀ PR ਹੈਗੀ ਹੈ that gives only dash advantages, education benefits in the long term। ਔਰ ਐਜੂਕੇਸ਼ਨ ਜਿਹੜੀ ਹੈ ਉਹ ਲੌਂਗ ਟਰਮ 'ਚ ਸਾਨੂੰ ਬੈਨੀਫਿਟ ਦਿੰਦੀ ਹੈ। ਜੇਕਰ ਐਜੂਕੇਸ਼ਨ ਲੌਂਗ ਟਰਮ 'ਚ ਬੈਨੀਫਿਟ ਦੇ ਰਹੀ ਹੈ ਤਾਂ PR ਕੁਛ ਉਲਟਾ ਹੀ ਹੋਏਗਾ ਇਹਦੇ, ਕੰਟਰਾਸਟ। ਸੋ 13 ਨੰਬਰ ਕੁਐਸਚਨ ਦਾ ਆਨਸਰ ਮੈਂ ਚਾਹੁੰਦਾ ਸਟੂਡੈਂਟਸ ਖੁਦ ਦੇਣ। ਸੋ ਕਾਈਂਡਲੀ ਜਿਹੜਾ 13 ਨੰਬਰ ਦਾ ਆਨਸਰ ਹੈ ਉਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦਿਓ। ਥੈਂਕ ਯੂ ਵੈਰੀ ਮੱਚ।